ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬ ਨਾਲ ਮੈਂ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ। ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ ਛਿੜੀ ਹੋਈ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਸਾਲ ਲਗਭਗ ਹੋ ਗਿਆ ਹੈ, ਲਗਭਗ ਨਹੀਂ ਪੂਰਾ ਸਾਲ ਹੋ ਗਿਆ। 16 ਮਾਰਚ ਨੂੰ ਪਿਛਲੇ ਸਾਲ ਕਰਤਾਰਪੁਰ ਸਾਹਿਬ ਲਾਂਘਾ ਕਰੋਨਾ ਦਾ ਸੰਕਟ ਕਹਿ ਕੇ ਬੰਦ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਜਦੋਂ ਕਰੋਨਾ ਘਟਿਆ ਤਾਂ ਪਾਕਿਸਤਾਨ ਸਰਕਾਰ ਨੇ ਐਲਾਨ ਕਰਤਾ ਕਿ ਉਹ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਤਿਆਰ ਨੇ, ਪਰ ਭਾਰਤ ਸਰਕਾਰ ਨਹੀਂ ਮੰਨੀ। ਹੁਣ ਅੱਗੇ ਆ ਕੇ ਹਾਲਾਤ ਇਹ ਬਣ ਗਏ ਆ ਕਿ ਜਿਹੜੇ ਪਾਕਿਸਤਾਨ ਜਥੇ ਜਾ ਰਹੇ ਆ, ਸਿੱਖ ਜਥੇ ਜਾਣਾ ਚਾਹੁੰਦੇ ਆ, ਜਿਹੜੇ ਪਹਿਲਾਂ ਵੀ ਜਾਂਦੇ ਰਹੇ ਆ, ਹੁਣ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ, ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਇਹ ਸਾਜ਼ਿਸ਼ ਹੈ ਜਾਂ ਸੱਚੀ ਮੁੱਚੀ ਜਿਵੇਂ ਸਰਕਾਰ ਕਹਿੰਦੀ ਕਿ ਕਰੋਨਾ ਕਰਕੇ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਹੈ? ਕਿਉਂਕਿ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਦੀ ਸਾਨੂੰ ਨੀਅਤ 'ਤੇ ਸ਼ੱਕ ਹੈ। ਕਿਉਂ ਕਿਹਾ ਉਹਨਾਂ ਨੇ ਕਿਹਾ ਕਿ ਜਦੋਂ ਕਰੋਨਾ ਕਾਲ ਘਟਿਆ ਉਦੋਂ ਸਾਰੇ ਧਰਮਾਂ ਨੂੰ ਆਪਣੇ ਤਿੱਥ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਗਈ, ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਤੇ ਇਤਰਾਜ਼ ਹੈ ਸਰਕਾਰ ਨੂੰ, ਸਿਰਫ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਪਰ। ਅਮਰਨਾਥ ਯਾਤਰਾ ਦੀ ਵੀ ਇਜਾਜ਼ਤ ਦੇਣ 'ਚ ਸਰਕਾਰ ਤਿਆਰ ਹੋ ਗਈ, ਰਾਮ ਮੰਦਰ ਦੀ ਪੂਜਾ ਲਈ ਵੀ ਤਿਆਰ ਹੋ ਗਈ, ਉੱਥੇ ਭੂਮੀ ਪੂਜਨ ਕਰਦਾ ਸੀ ਉਹਦੇ ਲਈ ਵੀ ਤਿਆਰ ਹੋ ਗਈ, ਜਾਂ ਜਿਹੜੇ ਹੋਰ ਜਿਹੜੇ ਤਿੱਥ ਤਿਉਹਾਰ ਹੈਗੇ ਆ ਉਹਨਾਂ ਲਈ ਵੀ ਤਿਆਰ ਹੋ ਗਈ। ਸੰਗਮ 'ਤੇ ਇਸ਼ਨਾਨ ਕਰਨ ਲਈ ਵੀ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈਗਾ। ਵੱਡੀ ਗਿਣਤੀ ਵਿੱਚ ਉੱਥੇ ਲੋਕ ਇਕੱਠੇ ਹੁੰਦੇ ਆ, ਸੰਗਤਾਂ ਇਕੱਠੀਆਂ ਹੁੰਦੀਆਂ। ਔਰ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਕਾਇਦੇ ਕਾਨੂੰਨ, ਤੁਹਾਡੇ ਨਿਯਮ ਜਿਹੜੇ ਕਰੋਨਾ ਵਾਲੇ ਉਹ ਵੀ ਮੰਨਣ ਲਈ ਤਿਆਰ ਹੈਗੇ ਆ। ਤੁਸੀਂ ਬੇਸ਼ੱਕ 50-100 ਜਿੰਨੀ ਵੀ ਸੰਗਤ ਨੂੰ ਤੁਸੀਂ ਇਜਾਜ਼ਤ ਦੇਣੀ ਹੈ ਉਨੀ ਦਿਓ, ਪਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੋ। ਜੇ ਉਹਨਾਂ ਨੇ ਇਹ ਤਕਨੀਕੀ ਇਹਦੇ ਵਿੱਚ ਪੱਖ ਜਿਹੜਾ ਸਰਕਾਰ ਦਾ ਹੈਗਾ ਉਹਦੇ ਨਾਲ ਸਹਿਮਤੀ ਪ੍ਰਗਟਾਈ ਹੈ ਤਾਂ ਕੀ ਇਹ ਉਮੀਦ ਕੀਤੀ ਜਾਵੇ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਜਾਵੇਗਾ? ਇਹਦੇ ਤਾਂ ਅਸੀਂ ਚਰਚਾ ਕਰਨੀ ਹੈ। ਔਰ ਪਾਕਿਸਤਾਨ ਲਈ ਜਿਹੜੀਆਂ ਸੰਗਤਾਂ ਨੂੰ ਰੋਕਿਆ ਜਾ ਰਿਹਾ, ਜਾਣ ਨਹੀਂ ਦਿੱਤਾ ਜਾ ਰਿਹਾ, ਸਿੱਖ ਸੰਗਤਾਂ ਨੂੰ ਕਿਉਂ ਰੋਕਿਆ ਜਾ ਰਿਹਾ, ਅਸੀਂ ਇਹਦੇ 'ਤੇ ਵੀ ਗੱਲ ਕਰਨੀ। ਔਰ ਇਸ ਗੱਲਬਾਤ ਲਈ ਮੇਰੇ ਕੋਲੇ ਪੰਥਕ ਰਾਜਨੀਤੀ ਦੇ ਦੋ ਵਿਦਵਾਨ ਨੇ, ਭਾਈ ਰਜਿੰਦਰ ਸਿੰਘ ਖਾਲਸਾ ਪੰਚਾਇਤ ਦੇ ਮੁਖੀ ਵੀ ਨੇ ਔਰ ਰਾਜਨੀਤਿਕ ਵਿਸ਼ਲੇਸ਼ਕ ਵੀ ਨੇ ਸਿੱਖ ਮੁੱਦਿਆਂ ਦੇ ਉੱਪਰ। ਮੈਂ ਤੁਹਾਡਾ ਸਵਾਗਤ ਕਰਦਾ ਜੀ ਖਾਲਸਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਕਰਨੈਲ ਸਿੰਘ ਪੀਰ ਮੁਹੰਮਦ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਵੀ ਨੇ ਔਰ ਪੰਥਕ ਰਾਜਨੀਤੀ ਦੇ ਗਿਆਤਾ ਵੀ ਨੇ। ਤੁਹਾਡਾ ਵੀ ਸਵਾਗਤ ਹੈ ਜੀ। ਧੰਨਵਾਦ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈ ਖਾਲਸਾ ਜੀ ਮੈਂ ਤੁਹਾਨੂੰ ਕਰਨਾ ਚਾਹੂੰਗਾ, ਤੁਸੀਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਬਿਆਨ ਨੂੰ ਅਤੇ ਦੂਸਰੇ ਪਾਸੇ ਸਿੱਖ ਸੰਗਤਾਂ ਨੂੰ ਪਾਕਿਸਤਾਨ ਦੀ ਯਾਤਰਾ ਨਾ ਕਰਨ ਦੇਣੀ, ਇਹਦੇ ਪਿੱਛੇ ਕੀ ਸਮਝਦੇ ਹੋ? ਕੋਈ ਸਾਜ਼ਿਸ਼ ਹੈ ਜਾਂ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਕਰੋਨਾ ਕਰਕੇ ਨਹੀਂ ਜਾਣ ਦਿੱਤਾ ਜਾ ਰਿਹਾ, ਇਹ ਸੱਚ ਹੈ? ਨਹੀਂ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਹੋਮ ਮਿਨਿਸਟਰੀ ਦਾ ਬਿਆਨ ਹੈ ਨਾ, ਉਹ ਇਹ ਕਹਿੰਦਾ ਕਿ ਕਰੋਨਾ ਕਰਕੇ ਔਰ ਸਿਕਿਉਰਿਟੀ ਰੀਜ਼ਨਸ ਕਰਕੇ, ਹਾਂ, ਇਹਨਾਂ ਦੋਨਾਂ ਚੀਜ਼ਾਂ ਦਾ ਉਹਨਾਂ ਨੇ ਕਿਹਾ। ਮੈਂ ਦੋਨਾਂ ਚੀਜ਼ਾਂ ਬਾਰੇ ਗੱਲ ਕਰਨਾ ਚਾਹੁੰਦਾ ਜੀ ਕਿ ਕਰੋਨਾ ਦਾ ਪ੍ਰਭਾਵ ਜਿਹੜਾ ਸਿਰਫ ਜਥਾ ਜਾਣ ਦੇ ਉੱਤੇ ਹੀ ਪੈਂਦਾ ਹੈ ਜਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ 'ਤੇ ਹੀ ਪੈਂਦਾ ਹੈ? ਅੱਜ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ, ਉੱਥੇ ਏਡੀਆਂ ਭੀੜਾਂ ਇਕੱਠੀਆਂ ਹੋ ਰਹੀਆਂ ਨੇ, ਉਹਦੇ ਨਾਲ ਕਰੋਨਾ ਨਹੀਂ ਫੈਲਦਾ? ਆਹ ਜਿਹੜੇ ਬਾਕੀ ਇੰਨੇ ਸਮਾਗਮ ਕਰਾਏ ਜਾ ਰਹੇ ਨੇ ਉਹਨਾਂ ਦੇ ਨਾਲ ਕਰੋਨਾ ਨਹੀਂ ਫੈਲਦਾ? ਕੀ ਕਰੋਨਾ ਸਿਰਫ ਸਿੱਖਾਂ ਦੇ ਜਥੇ ਦੇ ਨਾਲ ਹੀ ਫੈਲਦਾ ਹੈ ਜਾਂ ਸਿੱਖਾਂ ਦੇ ਕਰਤਾਰਪੁਰ ਸਾਹਿਬ ਲਾਂਘੇ ਨਾਲ ਹੀ ਫੈਲਦਾ ਹੈ? ਗੱਲ ਜਿਹੜੀ ਹੈ ਚਿਹਰੇ ਸਾਹਮਣੇ ਨਜ਼ਰ ਵੀ ਤਾਂ ਆਉਣੀ ਚਾਹੀਦੀ ਹੈ ਨਾ। ਜਿਸ ਵੇਲੇ ਤੁਸੀਂ ਹੋਰ ਵੱਡੇ ਇਕੱਠ ਜਿਹੜੇ ਨੇ ਉਹਨਾਂ ਨੂੰ ਅਲਾਊ ਕਰ ਰਹੇ ਹੋ, ਦੂਸਰੀਆਂ ਕੌਮਾਂ ਦੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਉਹਨਾਂ ਨੂੰ ਅਲਾਊ ਕਰ ਰਹੇ ਹੋ, ਤੇ ਉੱਥੇ ਸਿਰਫ ਇੱਕ ਸਿੱਖ ਕੌਮ ਦੇ ਉੱਤੇ ਪਾਬੰਦੀ ਲਗਾ ਦੇਣੀ ਕਿ ਜਥਾ ਨਹੀਂ ਜਾਏਗਾ ਔਰ ਨਾ ਹੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਏਗਾ। ਜੇ ਪਾਬੰਦੀ ਲਾਈ ਗਈ ਤੇ ਇਹਦੇ ਸਿੱਖ ਕੀ ਕਰਨਗੇ ਜਾਂ ਕੀ ਕਰਨਾ ਚਾਹੀਦਾ? ਨਹੀਂ, ਦੇਖੋ, ਸਿੱਖਾਂ ਦੇ ਵਿੱਚ ਹਰ ਦਿਨ ਰੋਸ ਪੈਦਾ ਹੋ ਰਿਹਾ ਜੀ, ਉਹ ਰੋਸ ਅਲੱਗ-ਅਲੱਗ ਰੂਪਾਂ ਦੇ ਵਿੱਚ ਫੁੱਟ ਕੇ ਸਾਹਮਣੇ ਆ ਰਿਹਾ।
ਜੀ ਤੁਸੀਂ ਆ ਵਿੱਚੋਂ ਹੀ ਸਵਾਲ ਕਰਤਾ। ਦੂਜਾ ਜਿਹੜਾ ਉਹਨਾਂ ਸਿਕਿਉਰਿਟੀ ਵਾਲੀ ਗੱਲ ਕਹੀ ਹੈ, ਜੀ ਜਿਸ ਵੇਲੇ ਜਥਾ ਪਾਕਿਸਤਾਨ ਜਾਂਦਾ ਹੈ ਜੀ ਜਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਲੰਘ ਕੇ ਪਾਕਿਸਤਾਨ ਵਾਲੇ ਏਰੀਆ ਦੇ ਵਿੱਚ ਦਾਖਲ ਹੋ ਜਾਂਦਾ ਹੈ, ਜੀ ਉਸ ਵੇਲੇ ਸਿਕਿਉਰਿਟੀ ਦੀ ਜ਼ਿੰਮੇਵਾਰੀ ਜਿਹੜੀ ਹੈ ਪਾਕਿਸਤਾਨ ਸਰਕਾਰ ਦੀ ਹੈ। ਹੂੰ ਔਰ ਪਾਕਿਸਤਾਨ ਸਰਕਾਰ ਉਸ ਤੋਂ ਭੱਜ ਨਹੀਂ ਰਹੀ। ਹੂੰ ਇਹ ਜਥੇ ਅੱਜ ਨਹੀਂ ਜਾ ਰਹੇ, ਪਿਛਲੇ 70 ਸਾਲ ਤੋਂ ਜਾ ਰਹੇ ਨੇ। ਬਿਲਕੁਲ ਔਰ ਕੋਈ ਸਿਕਿਉਰਿਟੀ ਦੀ ਪ੍ਰੋਬਲਮ ਹੋਈ ਨਹੀਂ। ਇਹ ਅੱਜ ਹੀ ਕਿਉਂ ਸਮਝਿਆ ਜਾ ਰਿਹਾ ਕਿ ਸਿਕਿਉਰਿਟੀ ਦੀ ਪ੍ਰੋਬਲਮ ਹੋ ਗਈ ਹੈ? ਕਿਉਂ ਸਮਝਿਆ ਜਾ ਰਿਹਾ ਹੀ ਤਾਂ ਮੈਂ ਸਮਝਣ ਦਾ ਯਤਨ ਕਰਨਾ ਚਾਹੁੰਦਾ ਹਾਂ। ਨਹੀਂ, ਇਹ ਤਾਂ ਇੱਕ ਬਹਾਨਾ ਬਣਾ ਕੇ ਸਿੱਖਾਂ ਨੂੰ ਰੋਕਣ ਦੀ ਕੋਸ਼ਿਸ਼ ਹੈ। ਔਰ ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਸੀ ਨਾ, ਉਹਦੇ ਨਾਲ ਕੋਈ ਚੰਗਾ ਨਤੀਜਾ ਨਹੀਂ ਆਏਗਾ। ਸਿੱਖਾਂ ਦੇ ਮਨ ਦੇ ਵਿੱਚ ਹੋਰ ਰੋਸ ਪੈਦਾ ਹੋਏਗਾ। ਅੱਜ ਉਹ ਰੋਸ ਕਿਤੇ ਕਿਸਾਨ ਮੋਰਚੇ ਦੇ ਰੂਪ ਵਿੱਚ ਫੁੱਟ ਕੇ ਸਾਹਮਣੇ ਆ ਰਿਹਾ। ਹੋਰ ਅਲੱਗ-ਅਲੱਗ ਤਰੀਕਿਆਂ ਨਾਲ ਹਰ ਦਿਨ ਅੱਜ ਜਿਹੜਾ ਕਿਸਾਨ ਮੋਰਚੇ ਦੇ ਵਿੱਚੋਂ 26 ਜਨਵਰੀ ਵਾਲਾ ਪ੍ਰੋਗਰਾਮ ਕਿਸਾਨ ਮੋਰਚੇ ਦਾ ਜਿਹੜਾ ਮਾਮਲਾ ਹੈਗਾ ਜੀ, ਉਹਨੂੰ ਵਾਰ-ਵਾਰ ਜਿਹੜਾ ਹੈਗਾ ਸਿੱਖ ਧਰਮ ਨਾਲ ਜੋੜ ਕੇ ਮੋਦੀ ਸਰਕਾਰ ਵੱਲੋਂ ਵੀ ਪੇਸ਼ ਕੀਤਾ ਜਾ ਰਿਹਾ, ਕੋਸ਼ਿਸ਼ ਕੀਤੀ ਜਾ ਰਹੀ ਹੈ, ਏਜੰਸੀਆਂ ਵੱਲੋਂ ਵੀ ਕੋਸ਼ਿਸ਼ ਹੋ ਰਹੀ ਹੋਣੀ ਹੈ। ਔਰ ਜੇ ਅਸੀਂ ਵੀ ਉਹਨੂੰ ਸਿੱਖ ਧਰਮ ਨਾਲ ਜੋੜ ਕੇ ਦੇਖਾਂਗੇ ਤਾਂ ਇਹ ਤਾਂ ਫਿਰ ਸਿੱਧਾ ਮੋਦੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਜ਼ ਬਿਲਕੁਲ ਉਹ ਨਹੀਂ ਮੈਂ ਕਹਿੰਦਾ। ਲੇਕਿਨ ਦੇਖੋ ਗੱਲ ਇਹ ਹੈ ਕਿ ਇਸ ਤੋਂ ਤੇ ਮੁੜਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਤੋਂ ਸ਼ੁਰੂ ਹੋਇਆ। ਬਿਲਕੁਲ ਹੋਇਆ। ਅੱਜ ਵੀ ਉਹਦੀ ਅਗਵਾਈ ਜਿਹੜੀ ਹੈ ਉਹ ਪੰਜਾਬ ਦਾ ਕਿਸਾਨਾਂ ਦਾ ਕੋਲ ਕਿਸਾਨਾਂ ਦੇ ਆਪਣੇ ਮੁੱਦਿਆਂ ਦੇ ਆਧਾਰ ਤੇ ਹੈ। ਮੁੱਦਿਆਂ ਤੇ ਆਧਾਰਿਤ ਹੈ ਔਰ ਉਹ ਸਾਰੇ ਦੇਸ਼ 'ਚ ਫੈਲ ਰਿਹਾ। ਹਾਂ, ਇੱਕ ਸ਼ੁਰੂਆਤ ਜਿਹੜੀ ਹੈ ਇਹ ਪੰਜਾਬ ਦੇ ਕਿਸਾਨਾਂ ਨੇ ਕੀਤੀ। ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈਗਾ ਉਸ ਅੰਦੋਲਨ ਦਾ। ਕਿਸੇ ਧਰਮ ਦੀਆਂ ਲੀਹਾਂ ਤੋਂ ਅੱਗੇ ਵੱਧ ਕੇ ਉਹ ਕਿਸੇ ਕੌਮ ਦਾ ਪ੍ਰੋਗਰਾਮ ਨੂੰ ਕਿਹਾ ਹੀ ਨਹੀਂ ਜਾ ਸਕਦਾ। ਠੀਕ ਹੈ ਭਾਈ ਰਜਿੰਦਰ ਸਿੰਘ ਖਾਲਸਾ ਜੀ, ਇਸ ਤੁਹਾਡੇ ਕੋਲ ਦੁਬਾਰਾ ਆਵਾਂਗੇ। ਭਾਈ ਕਰਨੈਲ ਸਿੰਘ ਪੀਰ ਮੁਹੰਮਦ ਜੀ, ਤੁਸੀਂ ਦੱਸੋ ਵੀ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ, ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਕੇਂਦਰ ਸਰਕਾਰ ਨੂੰ ਜਿਹੜੇ ਪੰਥਕ ਮੁੱਦੇ ਆ, ਸਿੱਖ ਮੁੱਦੇ ਹੈਗੇ ਆ, ਉਹਨਾਂ ਦੇ ਉੱਪਰ ਲਗਾਤਾਰ ਤਿੱਖੀ ਆਲੋਚਨਾ ਕਰਦੇ ਆ ਰਹੇ ਪਿਛਲੇ ਸਮੇਂ ਤੋਂ। ਤੁਸੀਂ ਕੀ ਸਮਝਦੇ ਹੋ ਕਿ ਇਹ ਸਿਰਫ ਬਿਆਨਬਾਜ਼ੀ ਨਾਲ ਮਸਲਾ ਹੱਲ ਹੋ ਸਕਦਾ ਹੈ ਜਿਸ ਤਰ੍ਹਾਂ ਬਿਆਨਬਾਜ਼ੀ ਦਿੱਤੀ ਜਾ ਰਹੀ ਹੈ? ਪਹਿਲੀ ਗੱਲ ਤਾਂ ਇਹ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਿਹੜੀ ਅਥਾਰਟੀ ਹੈ, ਚਲੋ ਠੀਕ ਹੈ, ਮੌਜੂਦਾ ਸਮੇਂ 'ਚ ਪਿਛਲੇ ਕੁਝ ਸਮੇਂ ਤੋਂ ਬਹੁਤ ਹੀ ਇੱਕ ਹੋਰ ਤਰੀਕੇ ਨਾਲ ਉਹਨੂੰ ਲਿਆ ਜਾ ਰਿਹਾ। ਲੇਕਿਨ ਇਹ ਸਾਰੇ ਮਸਲੇ ਜਿਹੜੇ ਆ ਇਹ ਪੋਲੀਟੀਕਲ ਮਸਲੇ ਆ। ਇਹਨਾਂ ਪੋਲੀਟੀਕਲ ਮਸਲਿਆਂ ਦੇ ਉੱਤੇ ਸਾਡੀ ਵਿਲ ਪਾਵਰ ਜਿਹੜੀ ਹੈ ਉਹ ਇਸ ਤਰੀਕੇ ਦੀ ਕੰਮ ਕਰਨੀ ਚਾਹੀਦੀ ਹੈ ਕਿ ਇਹੋ ਹੀ ਗੱਲ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹਦਾਇਤ ਕੀਤੀ ਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਾਂ ਜਿਹੜੇ ਪੰਜਾਬ ਦੇ ਸੰਸਦ ਨੇ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਨੂੰ ਇਹ ਗੱਲ ਕਹੀ ਹੁੰਦੀ ਕਿ ਭਾਈ ਆ ਜਿਹੜਾ ਮਸਲਾ ਹੈ ਪੋਲੀਟੀਕਲ ਮਸਲਾ ਹੈ, ਇਸ ਮਸਲੇ ਨੂੰ ਦੋਵਾਂ ਦੇਸ਼ਾਂ ਦਾ ਜਿਹੜੇ ਆਪਸ ਵਿੱਚ ਸਬੰਧ ਨੇ, ਇਹ ਪਾਰਲੀਮੈਂਟ ਦੇ ਵਿੱਚ ਉੱਠਦਾ ਮਸਲਾ, ਇਹ ਰਾਜ ਸਭਾ ਦੇ ਵਿੱਚ ਉੱਠਦਾ, ਤੇ ਮੈਂ ਸਮਝਣਾ ਕਿ ਆਵਾਜ਼ ਬਹੁਤ ਦੂਰ ਤੱਕ ਜਾਂਦੀ, ਵਿਧਾਨ ਸਭਾ 'ਚ ਮਤਾ ਜਾਂ ਵਿਧਾਨ ਸਭਾ ਦੇ ਵਿੱਚ ਮਤਾ ਉੱਠਦਾ। ਹੁਣ ਵੀ ਇਹ ਚਾਹੀਦੀ ਹੈ ਗੱਲ ਕਿ ਇਸ ਮਸਲੇ ਦੇ ਉੱਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਹੋਰ ਗੱਲਾਂ ਸਾਰਿਆਂ ਵਾਸਤੇ ਵਫਦ ਉਹਨਾਂ ਦੇ ਬਣਦੇ ਨੇ ਕਿ ਇਹਨਾਂ ਦਾ ਕੋਈ ਵਫਦ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਂ ਕੇਂਦਰੀ ਸਰਕਾਰ ਨੂੰ ਮਿਲਿਆ, ਜਾਂ ਕੋਈ ਇਹੋ ਜਿਹਾ ਮਸਲਾ ਇਸ ਪੱਧਰ ਤੇ ਉਠਾਇਆ ਗਿਆ। ਕਿਉਂਕਿ ਤੁਸੀਂ ਦੇਖੋ ਕਿ ਇੱਕ ਅਰਦਾਸ ਸ਼ੁਰੂ ਹੋਈ ਸੀ ਜਿਹੜੀ ਕਿ ਜਿਹੜੇ ਆਪਣੇ ਵਿਛੜ ਚੁੱਕੇ ਨੇ ਜਥੇਦਾਰ ਕੁਲਦੀਪ ਸਿੰਘ ਵਡਾਲਾ, ਉਹ ਲਗਾਤਾਰ ਹਰ ਮਹੀਨੇ ਉੱਥੇ ਕਰਦੇ ਸੀ। ਕਿ ਉਹ ਅਰਦਾਸ ਅੱਜ ਨਿਰੰਤਰ ਜਾਰੀ ਨਹੀਂ ਰਹਿਣੀ ਚਾਹੀਦੀ? ਉਹ ਅਰਦਾਸ ਉੱਥੇ ਉਸੇ ਤਰੀਕੇ ਦੇ ਨਾਲ ਇੱਕ ਜਥੇ ਦੇ ਰੂਪ ਦੇ ਵਿੱਚ ਸਾਨੂੰ ਉੱਥੇ ਉਨਾ ਚਿਰ ਕਰਦੇ ਰਹਿਣਾ ਚਾਹੀਦਾ ਜਿੰਨੀ ਦੇਰ ਤੱਕ ਖੁੱਲ੍ਹੇ ਦਰਸ਼ਨ ਦਿਦਾਰੇ ਉਸ ਸਥਾਨ ਦੇ ਹੋ ਨਹੀਂ ਜਾਂਦੇ ਸ਼ੁਰੂ। ਸੋ ਇਹ ਪਹਿਲੇ ਦਿਨ ਤੋਂ ਹੀ ਬਦਨੀਤੀ ਵਾਲੀ ਗੱਲ ਸੀ। ਇੱਕ ਬੜੀ ਮਹੱਤਵਪੂਰਨ ਤੁਸੀਂ ਹੋਰ ਗੱਲ ਜਿਹੜੀ ਕੀਤੀ ਹੈ ਨਾ, ਮੈਂ ਉਹਦੇ ਤੇ ਵੀ ਥੋੜ੍ਹਾ ਜਿਹਾ ਚਰਚਾ ਕਰਨੀ ਚਾਹੁੰਦਾ ਹਾਂ। ਇਹਨਾਂ ਨੇ ਖਾਲਸਾ ਜੀ ਜਿਹੜਾ ਇੱਕ ਮਸਲਾ ਉਠਾਇਆ ਹੈ, ਪੰਜਾਬ ਸਰਕਾਰ ਦੀ ਜਿਹੜੀ ਚੁੱਪੀ ਹੈਗੀ ਹੈ, ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਮੰਨ ਲਓ ਜੇ ਸ਼੍ਰੋਮਣੀ ਕਮੇਟੀ ਨੇ ਧਿਆਨ 'ਚ ਨਹੀਂ ਲਿਆਂਦਾ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਸ ਤਰ੍ਹਾਂ ਦਾ ਹੁਕਮਨਾਮਾ ਨਹੀਂ ਜਾਰੀ ਕੀਤਾ ਕੋਈ, ਤਾਂ ਪੰਜਾਬ ਸਰਕਾਰ ਨੂੰ, ਕਿਉਂਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਬੜੇ ਕੱਛਾਂ ਵਜਾਉਂਦੇ ਰਹੇ ਆ ਕਿ ਮੈਂ ਲਾਂਘਾ ਖੁਲਾ ਦਿੱਤਾ, ਹੁਣ ਉਹ ਵੀ ਚੁੱਪ ਨੇ। ਬਕਾਇਦਾ ਤੌਰ ਤੇ ਕਾਂਗਰਸ ਪਾਰਟੀ ਦੇ ਵਿੱਚ ਉਹ ਸਰਗਰਮ ਹੈਗੇ, ਵਿਧਾਇਕ ਹੈਗੇ ਨੇ, ਉਹ ਆਪ ਮਤਾ ਲੈ ਕੇ ਆ ਸਕਦੇ ਸੀ ਵਿਧਾਨ ਸਭਾ ਦੇ ਵਿੱਚ, ਜਾਂ ਟੇਬਲ ਸਰਕਾਰ ਨੂੰ ਮਜਬੂਰ ਕਰ ਸਕਦੇ ਸੀ ਕਿ ਟੇਬਲ ਕਰੋ ਇਹਨੂੰ। ਸਰਕਾਰ ਦੀ, ਪੰਜਾਬ ਸਰਕਾਰ ਦੀ ਚੁੱਪੀ ਦੇ ਕੀ ਕਾਰਨ ਹੋ ਸਕਦੇ? ਜਿਵੇਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਿਹੜੀ ਗੱਲ ਧਿਆਨ 'ਚ ਲਿਆਂਦੀ ਹੈ ਕਿ ਇਹਨੂੰ ਵਿਧਾਨ ਸਭਾ 'ਚ ਲੈ ਕੇ ਆਉਣਾ ਚਾਹੀਦਾ ਸੀ, ਵਫਦ ਮਿਲਣਾ ਚਾਹੀਦਾ ਸੀ, ਇਹ ਕਿਉਂ ਨਹੀਂ ਪੰਜਾਬ ਸਰਕਾਰ ਇਹਦੇ 'ਚ ਸਰਗਰਮੀ ਲੈ ਰਹੀ? ਦੇਖੋ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ, ਬਿਆਨ ਆਪਣੀ ਜਗ੍ਹਾ ਤੇ ਠੀਕ ਹੈ, ਕਿਉਂਕਿ ਉਹ ਕੌਮ ਦੇ ਵਿੱਚ ਸਮਝਿਆ ਜਾਂਦਾ ਵੀ ਜਥੇਦਾਰ ਨੇ ਤੇ
ਉਹਨਾਂ ਦਾ ਬਿਆਨ ਆਪਣੀ ਮਹੱਤਤਾ ਰੱਖਦਾ ਹੈ ਜੀ ਲੇਕਿਨ ਅਸਲ ਦੇ ਵਿੱਚ ਜਿਵੇਂ ਮੇਰੇ ਵੀਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਨੇ ਕਿਹਾ, ਜੀ ਇਹ ਮਸਲਾ ਜਿਹੜਾ ਹੈ ਰਾਜਨੀਤਿਕ ਮਸਲਾ ਹੈ। ਜੀ ਧਾਰਮਿਕ ਦੇ ਨਾਲ ਨਾਲ ਰਾਜਨੀਤਿਕ ਮਸਲਾ, ਉਹਦਾ ਪ੍ਰਭਾਵ ਧਾਰਮਿਕ ਹੈ ਲੇਕਿਨ ਮਸਲਾ ਰਾਜਨੀਤਿਕ ਹੈ। ਔਰ ਇਹਨੂੰ ਇਹ ਰਾਜਨੀਤਿਕ ਮਸਲਾ ਰਾਜਨੀਤਿਕ ਕਿਵੇਂ ਹੈ, ਥੋੜਾ ਜਿਹਾ ਵੀ ਸਮਝਾ ਦਿਓ। ਤੁਸੀਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰ ਰਹੇ ਹੋ, ਔਰ ਜੇ ਰਾਜਨੀਤਿਕ ਮਸਲਾ ਹੈ ਤਾਂ ਸਿਰਫ ਹਿੰਦੁਸਤਾਨ ਦਾ ਮਸਲਾ ਹੈ ਜਾਂ ਪਾਕਿਸਤਾਨ ਦੇ ਨਾਲ ਵੀ ਰਾਜਨੀਤਿਕ ਮਸਲਾ ਆ? ਨਹੀਂ, ਦੇਖੋ ਇਹ ਤੇ ਪਾਕਿਸਤਾਨ ਦੇ ਨਾਲ ਜਿਹੜੇ ਸੰਬੰਧ ਨੇ ਉਹ ਤੋਂ ਤਾਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹਨਾਂ ਦੀ ਅੱਜ ਕੱਲ੍ਹ ਪਾਕਿਸਤਾਨ ਦੇ ਨਾਲ ਕੀ ਨੀਤੀ ਚੱਲ ਰਹੀ ਹੈ ਇੰਟਰਨਲੀ ਇਹ ਜਾਣਦੇ ਨੇ, ਲੇਕਿਨ ਇੱਥੋਂ ਇੱਕ ਸੰਕੇਤ ਮਿਲਦਾ ਹੈ ਕਿ ਉਹ ਕੋਈ ਬਹੁਤ ਸੁਖਾਵੇਂ ਨਹੀਂ। ਨਹੀਂ, ਪਰ ਇਹ ਤਾਂ ਖਾਲਸਾ ਜੀ ਜਦੋਂ ਲਾਂਘਾ ਖੋਲ੍ਹਿਆ ਸੀ ਉਦੋਂ ਵੀ ਪਾਕਿਸਤਾਨ ਦੇ ਨਾਲ ਜਿਹੜੇ ਸੰਬੰਧ ਸੀ ਉਹ ਸੁਖਾਵੇਂ ਨਹੀਂ ਸੀ, ਇਹਦੇ ਬਾਵਜੂਦ ਖੋਲ੍ਹ ਦਿੱਤਾ ਗਿਆ। ਹੁਣ ਉਹਦੇ ਨਾਲੋਂ ਥੋੜੇ ਜਿਹੇ ਸੁਖਾਵੇਂ ਆ ਜਦੋਂ ਇਹਨਾਂ ਨੇ ਆਪਸੀ ਗੱਲਬਾਤ ਕਰਕੇ ਗੋਲੀਬਾਰੀ ਬੰਦ ਕੀਤੀ ਸਰਹੱਦ ਦੇ ਉੱਪਰ ਦੋਨਾਂ ਮੁਲਕਾਂ ਨੇ। ਇਹਦਾ ਮਤਲਬ ਥੋੜੇ ਜਿਹੇ ਸੁਖਾਵੇਂ ਹੈਗੇ ਆ। ਇਹਨਾਂ ਪਲਾਂ 'ਚ ਕੀ ਇਤਰਾਜ਼ ਹੋ ਸਕਦਾ ਹੈ? ਕੀ ਸਿਕਿਉਰਿਟੀ ਦਾ ਖਤਰਾ ਹੋ ਸਕਦਾ ਆ? ਕੀ ਸਿਰਫ ਸਿੱਖ ਜਾ ਕੇ ਖਤਰਾ ਪੈਦਾ ਕਰਦੇ ਆ ਪਾਕਿਸਤਾਨ ਦੇ ਵਿੱਚ? ਜਿਸ ਵੇਲੇ ਤੁਸੀਂ ਗੱਲ ਕੀਤੀ ਹੈ ਨਾ ਕਿ ਉਹ ਜਿਸ ਵੇਲੇ ਖੋਲਿਆ ਗਿਆ ਉਸ ਵੇਲੇ ਵੀ ਸੁਖਾਵੇਂ ਨਹੀਂ ਸੀ, ਉਸ ਵੇਲੇ ਵੀ ਰਾਜਨੀਤੀ ਭਾਰੂ ਸੀ। ਰਾਜਨੀਤੀ ਇਸ ਤਰ੍ਹਾਂ ਭਾਰੂ ਸੀ ਕਿ ਪਾਕਿਸਤਾਨ ਨੇ ਐਲਾਨ ਕਰਤਾ, ਉਹਨਾਂ ਨੇ ਆਪਣੀ ਜਗ੍ਹਾ ਤੇ ਲੰਘੇ ਤਿਆਰੀ ਵੀ ਸ਼ੁਰੂ ਕਰ ਦਿੱਤੀ। ਉਸ ਵੇਲੇ ਭਾਰਤ ਸਰਕਾਰ ਜੇ ਪਿੱਛੇ ਹਟਦੀ ਤੇ ਇਹਨਾਂ ਨੂੰ ਡਰ ਸੀ ਕਿ ਸਿੱਖ ਕੌਮ ਜਿਹੜੀ ਉਹ ਪਾਕਿਸਤਾਨ ਦੇ ਨਾਲ ਨੇੜਤਾ ਹੋ ਜਾਏਗੀ, ਵੀ ਉਹ ਤੇ ਸਾਡੇ ਹਮਦਰਦ ਨੇ ਤੇ ਇਹ ਸਾਡੇ ਨਾਲ ਸਹਿਯੋਗ ਖਤਰਾ ਟਲ ਗਿਆ ਹੈ ਜੀ। ਹੁਣ ਖਤਰਾ ਟਲ ਗਿਆ? ਨਹੀਂ, ਖਤਰਾ ਨਹੀਂ ਟਲ ਗਿਆ। ਹੁਣ ਸਿੱਖ ਪਾਕਿਸਤਾਨ ਨਾਲ ਨਹੀਂ ਜਾ ਸਕਦੇ, ਜਾਣਾ ਚਾਹੁੰਦਾ? ਨਹੀਂ, ਦੇਖੋ ਗੱਲ ਜਿਵੇਂ ਤੁਸੀਂ ਗੱਲ ਕੀਤੀ ਹੈ ਤੇ ਮੁੱਦਾ ਹੀ ਬਿਲਕੁਲ ਡਿਫਰੈਂਟ ਹੈ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਸਿੱਖ ਪਾਕਿਸਤਾਨ ਨਾਲ ਜਾਣਾ ਚਾਹੁੰਦਾ, ਨਹੀਂ ਜਾਣਾ ਚਾਹੁੰਦਾ, ਮੈਂ ਨਹੀਂ ਸਮਝਦਾ ਵੀ ਸਿੱਖ ਪਾਕਿਸਤਾਨ ਨਾਲ ਜਾਣਾ ਚਾਹੁੰਦਾ। ਮੈਂ ਨਹੀਂ ਬਿਲਕੁਲ ਸਮਝਦਾ। ਗੱਲ ਕਹੀ ਸੀ, ਮੈਂ ਤਾਂ ਗੱਲ ਕਹੀ ਹੈ ਕਿਉਂਕਿ ਤੁਸੀਂ ਕਿਹਾ ਕਿ ਭਾਰਤ ਸਰਕਾਰ ਨੂੰ ਇਹ ਖਤਰਾ ਆ। ਭਾਰਤ ਸਰਕਾਰ ਤਾਂ ਇਹ ਪ੍ਰਚਾਰ ਕਰ ਰਹੀ ਹੈ ਕਿ ਸਿੱਖ ਪਾਕਿਸਤਾਨ ਨਾਲ ਦੇ ਹਮਦਰਦ ਆ, ਜਦ ਕਿ ਸਿੱਖ ਪਾਕਿਸਤਾਨ ਦੇ ਹਮਦਰਦ ਨਹੀਂ ਹੈਗੇ। ਨਹੀਂ ਹੈ, ਬਿਲਕੁਲ ਨਹੀਂ। ਸਿੱਖਾਂ ਦੇ ਸਿੱਖ ਫੌਜ ਹੀ ਜਿਹੜੀ ਆ ਸਰਹੱਦਾਂ ਤੇ ਖੜੀ, ਉਹ ਹੀ ਰੋਜ਼ ਕੁਰਬਾਨੀਆਂ ਦੇ ਰਹੀ ਹੈ। ਮਸਲਾ ਇਹ ਆ ਕਿ ਸਿਰਫ ਸਾਡੇ ਪੂਰੇ ਹਿੰਦੁਸਤਾਨ ਦੇ ਹਿੱਤ ਜੁੜੇ ਹੋਏ ਆ। ਸਰਹੱਦ ਖੁੱਲ੍ਹਦੀ ਹੈ ਤਾਂ ਅਰਥਚਾਰਾ ਸਾਡਾ ਜਿਹੜਾ ਹੈਗਾ ਉਹ ਸਟਰੋਂਗ ਹੁੰਦਾ ਆ, ਔਰ ਉਹਦਾ ਪੰਜਾਬ ਨੂੰ ਵੱਧ ਫਾਇਦਾ ਹੁੰਦਾ ਆ। ਇਸੇ ਕਰਕੇ ਕਦੇ ਵੀ ਕੇਂਦਰ ਸਰਕਾਰ ਪੰਜਾਬ ਦੇ ਸਰਹੱਦ ਜਿਹੜੀ ਹੈ ਪਾਕਿਸਤਾਨ ਦੀ ਉਹ ਖੋਲ੍ਹਣਾ ਨਹੀਂ ਚਾਹੁੰਦੀ। ਔਰ ਜੇ ਲਾਂਘਾ ਖੁੱਲ੍ਹਦਾ ਆ ਤਾਂ ਇਹਦੇ ਵਿੱਚ ਇਹ ਵੀ ਮੰਗ ਉੱਠਦੀ ਹੈ ਕਿ ਜੇ ਲਾਂਘੇ ਦੇ ਅਸੀਂ ਆਰ ਪਾਰ ਜਾ ਸਕਦੇ ਹਾਂ ਤਾਂ ਬਾਕੀ ਸਰਹੱਦ ਦੇ ਉੱਤੇ ਕੰਡਿਆਲੀਆਂ ਤਾਰਾਂ ਕਿਉਂ ਲੱਗੀਆਂ, ਫੌਜਾਂ ਕਿਉਂ ਲੱਗੀਆਂ ਹੋਈਆਂ, ਕੀ ਖਤਰਾ ਆ? ਕਰਨੈਲ ਸਿੰਘ ਜੀ, ਜਿਹੜੀ ਖਾਲਸਾ ਜੀ ਨੇ ਤੁਹਾਡੇ ਸਵਾਲ ਦੇ ਵਿੱਚ ਤੁਹਾਡਾ ਜਵਾਬ ਹੈ, ਮੈਂ ਤਾਂ ਜਵਾਬ ਦਿੱਤਾ ਹੈ। ਤੁਹਾਡੇ ਸਵਾਲ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਰਿਹਾ ਸੀ ਵੀ ਜਦ ਸਾਰੀਆਂ ਸਰਹੱਦਾਂ ਦੀ ਰਾਖੀ ਦੇ ਉੱਤੇ ਸਿੱਖ ਬੈਠੇ ਨੇ ਜੀ, ਜੇ ਇਹ ਮਨ ਦੇ ਵਿੱਚ ਡਰ ਹੋਵੇ, ਇਹ ਖਤਰਾ ਹੋਵੇ ਕਿ ਸਿੱਖ ਜਿਹੜੇ ਨੇ ਉਧਰ ਰਲ ਜਾਣਗੇ ਤੇ ਇਹ ਰਿਸਕ ਤਾਂ ਕਦੀ ਲੈ ਨਹੀਂ ਸਕਦੀ ਫਿਰ ਭਾਰਤ ਸਰਕਾਰ। ਇਹਦਾ ਮਤਲਬ ਉਹਨਾਂ ਨੂੰ ਵਿਸ਼ਵਾਸ ਹੈ। ਔਰ ਇਸ ਗੱਲ ਬਾਰੇ, ਸਿੱਖਾਂ ਦੀ ਵਫਾਦਾਰੀ ਬਾਰੇ, ਸਿੱਖਾਂ ਦੀ ਦੇਸ਼ਪ੍ਰਸਤੀ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਾ ਹੈ, ਨਾ ਹੋਣਾ ਚਾਹੀਦਾ। ਹਾਂ, ਬਿਲਕੁਲ। ਲੇਕਿਨ ਇਹ ਹੈ ਕਿ ਉਹਨਾਂ ਨੂੰ ਜ਼ਬਰਦਸਤੀ ਅਗਰ ਤੁਸੀਂ ਕੰਧ ਵੱਲ ਤੋਂ ਧੱਕੋਗੇ ਤੇ ਤੁਹਾਡੇ ਆਪਣੇ ਅੰਦਰ ਦਾ ਚੋਰ ਜਿਹੜਾ ਨਾ ਬੋਲਣ ਲੱਗ ਪਏਗਾ, ਤੁਹਾਡੇ ਆਪਣੇ ਅੰਦਰ ਮਨ ਦਾ ਚੋਰ ਜਿਹੜਾ ਇਹ ਤੁਹਾਡੇ ਵਾਜਬ ਗੱਲਾਂ ਹੈਗੀਆਂ। ਇਹਦੇ ਤੇ ਮੈਂ ਪੀਰ ਮੁਹੰਮਦ ਜੀ ਤੁਹਾਡਾ ਵੀ ਥੋੜਾ ਜਿਹਾ ਪੱਖ ਜਾਣਨਾ ਚਾਹਾਂਗਾ ਵੀ ਜਿਹੜੀ ਗੱਲ ਖਾਲਸਾ ਜੀ ਕਰ ਰਹੇ ਆ ਕਿ ਇਹ ਜਾਣਬੁੱਝ ਕੇ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਸਿੱਖ ਹਮਦਰਦ ਹੈ ਪਾਕਿਸਤਾਨ ਦਾ, ਜਦ ਕਿ ਸਿੱਖ ਫੌਜ ਤੇ ਲੜ ਰਿਹਾ ਹੈ ਪਾਕਿਸਤਾਨ ਦੇ ਖਿਲਾਫ। ਜੇ ਪਾਕਿਸਤਾਨ ਹਮਲਾ ਕਰਦਾ ਹੈ ਹਿੰਦੁਸਤਾਨ ਦੇ ਖਿਲਾਫ ਤਾਂ ਉੱਥੇ ਸਿੱਖ ਸ਼ਹੀਦ ਹੋ ਰਹੇ ਆ। ਨਹੀਂ, ਦੇਖੋ ਇਸ ਤਰ੍ਹਾਂ ਨਹੀਂ ਸੋਚਣ ਦੀ ਲੋੜ ਹੈਗੀ। ਗੱਲ ਇਹ ਆ ਕਿ ਧਰਤੀ ਦਾ ਆਦਾਨ ਪ੍ਰਦਾਨ ਹੋਇਆ, ਸਾਡੇ ਪੁਰਖਿਆਂ ਦੀ ਉਹ ਧਰਤੀ ਹੈ ਤੇ ਉਹਨਾਂ ਦੇ ਪੁਰਖਿਆਂ ਦੀ ਇਹ ਧਰਤੀ ਹੈ। ਬਹੁਤ ਸਾਰੇ ਮੁਸਲਮਾਨ ਪਰਿਵਾਰ ਇੱਥੋਂ ਉੱਠ ਕੇ, ਹੁਣ ਮੇਰੇ ਨਾਂ ਦੇ ਨਾਲ ਪੀਰ ਮੁਹੰਮਦ ਹੈ, ਮੇਰਾ ਪਿੰਡ ਹੈ, ਉਹ ਮੁਹੰਮਡਨ ਏਰੀਆ ਸੀ ਸਾਰਾ, ਉੱਥੇ ਤਕਰੀਬਨ ਸਾਰਾ ਪਿੰਡ ਹੀ ਮੁਸਲਮਾਨਾਂ ਦਾ ਸੀ। ਤੇ ਅਸੀਂ ਪਾਕਿਸਤਾਨ ਤੋਂ ਉੱਠ ਕੇ ਆਏ ਹਾਂ, ਚੁੰਨੀ ਤਹਿਸੀਲ ਤੋਂ, ਲਾਹੌਰ ਦੇ ਵਿੱਚ ਸਾਨਕਾ ਪਿੰਡ ਹੈ, ਤਾਂ ਉਹ ਪਿੰਡ ਅੱਜ ਪੂਰਾ ਦਾ ਪੂਰਾ ਉੱਥੇ ਮੁਸਲਮਾਨਾਂ ਦਾ। ਸੋ ਇੱਕ ਜਿਹੜਾ ਲਗਾਅ ਹੈ ਨਾ ਦੇਸ਼ਾਂ ਦੀ, ਮੈਂ ਅੱਗੇ ਵੀ ਗੱਲ ਕਹੀ ਕਿ ਰਾਜਨੀਤਿਕ ਮਸਲੇ ਦੇ ਵਿੱਚ, ਜਿਵੇਂ ਖਾਲਸਾ ਜੀ ਨੇ ਦੱਸਿਆ ਕਿ ਰਾਜਨੀਤਿਕ ਮਸਲੇ ਜਿਹੜੇ ਆ ਉਹ ਸਰਕਾਰਾਂ ਨੇ ਹਮੇਸ਼ਾ ਉਠਾਉਂਦੇ ਹੀ ਰਹਿਣਾ, ਇੰਟਰਨੈਸ਼ਨਲ ਪੱਧਰ ਤੇ ਵੀ, ਨੈਸ਼ਨਲ ਪੱਧਰ ਤੇ ਵੀ, ਖੇਤਰੀ ਪੱਧਰ ਤੇ ਵੀ। ਜਿੱਥੇ ਜਿੱਥੇ ਕਿਸੇ ਦੀ ਵੁਕਤ ਹੈਗੀ ਹੈ ਉਹਨੇ ਉਸ ਦਾ ਫਾਇਦਾ ਲੈਣਾ ਹੀ ਲੈਣਾ ਹੈ। ਲੇਕਿਨ ਇਹ ਮਸਲਾ ਜਿਹੜਾ ਹੈ ਰਾਜਨੀਤਿਕ ਦੇ ਨਾਲ ਧਾਰਮਿਕ ਤੌਰ ਦੇ ਉੱਤੇ ਜਿਹੜੀਆਂ ਇੱਕ ਭਾਵਨਾਵਾਂ ਜੁੜੀਆਂ ਹੋਈਆਂ ਨੇ,
ਇਹ ਇਕੱਲੀ ਸਿੱਖਾਂ ਦੀਆਂ ਭਾਵਨਾਵਾਂ ਨਹੀਂ, ਇਹਦੇ ਵਿੱਚ ਹਿੰਦੂ ਵੀ ਨੇ, ਇਹਦੇ ਵਿੱਚ ਮੁਸਲਮਾਨ ਵੀ ਨੇ, ਇਹਦੇ ਵਿੱਚ ਦੂਸਰੇ ਧਰਮਾਂ ਦੇ ਵੀ ਲੋਕ ਨੇ ਜਿਹੜੇ ਵੀ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਆ, ਜਿਨ੍ਹਾਂ ਨੇ ਅਧਿਐਨ ਕੀਤਾ ਤੇ ਕਰ ਰਹੇ ਨੇ ਗੁਰੂ ਦੀ ਪਵਿੱਤਰ ਗੁਰਬਾਣੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦਾ, ਗੁਰੂ ਸਾਹਿਬਾਨ ਦੀਆਂ ਜਿਹੜੀਆਂ 4 ਉਦਾਸੀਆਂ ਦਾ, ਔਰ ਜਿਸ ਦੇ ਵਿੱਚ ਕਰਤਾਰਪੁਰ ਦੀ ਖੇਤੀ ਦੀ ਜਿਹੜੀ ਗੱਲ ਏ, ਕਰਤਾਰਪੁਰ ਸਾਹਿਬ ਜਿੱਥੇ ਗੁਰੂ ਪਾਤਸ਼ਾਹ ਨੇ ਇੰਨਾ ਲੰਮਾ ਸਮਾਂ ਬਤੀਤ ਕਰਕੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਸਿਧਾਂਤ ਹੈ ਉਸ ਨੂੰ ਇੱਕ ਬੜੀ ਵੱਡੀ ਬਖਸ਼ਿਸ਼ ਦਿੱਤੀ। ਇਹ ਜਿਹੜੇ ਸਾਰੇ ਮਸਲੇ ਨੇ ਇਹਨਾਂ ਦੇ ਵਿੱਚ ਅਸਲ ਦੇ ਵਿੱਚ ਕੀ ਗੱਲ ਹੁੰਦੀ ਹੈ ਕਿ ਕੋਈ ਵੀ ਮਸਲਾ ਜਿਹੜਾ ਉਹ ਤਾਂ ਹੀ ਵੱਡੇ ਪੱਧਰ ਦੇ ਉੱਤੇ ਉੱਠ ਸਕਦਾ ਕਿ ਉਹਦਾ ਇੱਕ ਢੰਗ ਤਰੀਕਾ ਹੁੰਦਾ ਉਠਾਉਣ ਦਾ। ਅੱਜ ਤੁਸੀਂ ਇਹ ਦੇਖੋ ਕੋਈ 5 ਪਾਰਲੀਮੈਂਟ ਮੈਂਬਰ ਜਾਂ ਇੱਕ ਪਾਰਲੀਮੈਂਟ ਮੈਂਬਰ ਇੱਕ ਜਥਾ ਲੈ ਕੇ ਪੂਰੀਆਂ ਕਰੋਨਾ ਦੀਆਂ ਜਿਹੜੀਆਂ ਹਦਾਇਤਾਂ ਦੀ ਪਾਲਣਾ ਕਰਦਾ ਹੋਇਆ ਉਹ ਸਰਕਾਰ ਨੂੰ ਇੱਕ ਨੋਟਿਸ ਦੇਵੇ ਕਿ ਅਸੀਂ ਕਰਤਾਰਪੁਰ ਸਾਹਿਬ ਇੰਨੀ ਤਰੀਕ ਨੂੰ ਜਾਣਾ ਚਾਹੁੰਦੇ, ਸਾਨੂੰ ਇਜਾਜ਼ਤ ਦਿੱਤੀ ਜਾਵੇ, ਉਹ ਇੱਕ ਖਬਰ ਬਣੇਗੀ, ਉਹਦਾ ਜਵਾਬ ਜਿਹੜਾ ਹੈ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਦੇਣਾ ਪਵੇਗਾ। ਗਿਆਨੀ ਹਰਪ੍ਰੀਤ ਸਿੰਘ ਖਾਲਸਾ ਜੀ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਕਹਿੰਦਾ ਇਹ ਸਰਕਾਰ ਨੂੰ ਕਿਹਾ ਆ ਅਸੀਂ ਤੁਹਾਡੀਆਂ ਸਾਰੀਆਂ ਹਦਾਇਤਾਂ ਮੰਨਣ ਲਈ ਤਿਆਰ ਹੈਗੇ। ਬਿਲਕੁਲ ਬਿਲਕੁਲ। ਜੇ ਤੁਸੀਂ ਕਹਿੰਦੇ ਵੀ 50 ਤੋਂ ਵੱਧ ਬੰਦੇ ਨਹੀਂ ਜਾਣੇ ਚਾਹੀਦੇ ਤੁਸੀਂ 50 ਤੋਂ ਵੱਧ ਨਹੀਂ ਜਾਂਦੇ। ਮੈਂ ਕਹਿੰਦਾ ਜੀ ਸਿੰਘ ਸਾਹਿਬ ਜਿਹੜੇ ਆ ਉਹਨਾਂ ਨੇ ਆਪਦਾ ਜਿਹੜਾ ਬਿਆਨ ਦਿੱਤਾ ਹੈ ਉਹ ਅਸਲ ਦੇ ਵਿੱਚ ਡਿਊਟੀ ਲਾਉਣ ਆ ਜਿਹੜਾ ਮੌਜੂਦਾ ਨਿਜ਼ਾਮ ਹੈ ਜਿਹਦਾ ਬੇੜਾ ਗਰਕ ਹੋਇਆ ਪਿਆ ਹੈ ਉਹ ਹੋਰ ਮਸਲਿਆਂ ਵਾਸਤੇ ਆਪਦੇ ਮਸਲਿਆਂ ਵਾਸਤੇ ਤੁਸੀਂ ਦੇਖੋ ਪ੍ਰਕਾਸ਼ ਸਿੰਘ ਬਾਦਲ ਹੋਰੀ ਹੱਥ ਵਿੱਚ ਗੁਲਦਸਤਾ ਲੈ ਕੇ ਜਦੋਂ ਜੀ ਕਰਦਾ ਜਾ ਮਿਲਦੇ ਨੇ, ਚਾਹੇ ਉਹਨਾਂ ਦਾ ਨਾਤਾ ਟੁੱਟ ਗਿਆ ਜਾਂ ਨਹੀਂ, ਉਹ ਕੀ ਇਹਨਾਂ ਦੇ ਆਪਸ ਵਿੱਚ ਰਾਬਤੇ ਨਹੀਂ ਹੈਗੇ, ਸਭ ਕੁਝ ਹੈਗਾ। ਜਿਹੜੇ ਸਾਡੇ ਸਿੱਖ ਲੀਡਰਸ਼ਿਪ ਹੈ ਉਹ ਨਿਆਸਰੀ ਹੋਈ ਪਈ ਹੈ, ਉਹਨਾਂ ਦੇ ਵਿੱਚ ਤੱਤ ਨਹੀਂ ਹੈਗਾ, ਜਿਸ ਕਰਕੇ ਤੁਸੀਂ ਇਹ ਦੇਖੋ ਇੱਕ ਫੈਸਲਾ ਹੋ ਗਿਆ। ਹੁਣ ਤੁਸੀਂ ਨਵਜੋਤ ਸਿੱਧੂ ਦੀ ਗੱਲ ਕਰਦੇ ਹੋ, ਨਵਜੋਤ ਸਿੱਧੂ ਨੇ ਜੋ ਕਰਾਉਣਾ ਸੀ ਉਹ ਤਾਂ ਕਰਾ ਲਿਆ ਉਹਨੇ, ਉਹਨੂੰ ਤਾਂ ਸ਼ਾਬਾਸ਼ ਦੇਣੀ ਚਾਹੀਦੀ ਏ ਕਿ ਉਸ ਬੰਦੇ ਨੇ ਦੇਖੋ ਇੰਨੀਆਂ ਗਾਲਾਂ ਲੈ ਕੇ ਇੰਨਾ ਕੁਝ ਕਰਕੇ ਆਪਦੀ ਝੋਲੀ 'ਚ ਪਵਾ ਕੇ ਉਹਨੂੰ ਏਜੰਟ ਵੀ ਦੱਸਿਆ ਗਿਆ। ਕਿਉਂ ਚੁੱਪ ਹੈਗੇ ਆ ਹੁਣ ਇਸ ਮਸਲੇ ਤੇ? ਮੈਂ ਗੱਲ ਕਹਿਣਾ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਏ SGPC ਦਾ ਮਤਲਬ ਕੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪ੍ਰਬੰਧ ਤੇ ਜਿਹੜੇ ਸਿੱਖ ਸ਼ਰਧਾਲੂ ਨੇ ਜਾਂ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਦੇ ਵਿੱਚ ਤੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਉਹਨੂੰ ਠੀਕ ਕਰਨ ਵਾਸਤੇ ਆ। ਤੇ ਜੇ ਅਸੀਂ ਤਰਲੇ ਹੀ ਮਾਰੀ ਜਾਣੇ ਆ, ਰੋਜ਼ ਬੀਬੀ ਜਗੀਰ ਕੌਰ ਦਾ ਬਿਆਨ ਆ ਜਾਂਦਾ ਜੀ ਵੇਖੋ ਜੀ ਸਾਡਾ ਜਥਾ ਨਹੀਂ ਜਾਣ ਦਿੱਤਾ ਜਾ ਰਿਹਾ, ਉਹ ਰੀਜਨ ਜਿਹੜੇ ਆ ਉਹਨਾਂ ਨੂੰ ਚੰਗੇ ਢੰਗ ਦੇ ਨਾਲ ਸਾਨੂੰ ਇੱਕ ਅੱਛੇ ਪਲੇਟਫਾਰਮ ਦੇ ਉੱਤੇ ਰੱਖ ਕੇ ਉਹਦੇ ਤੇ ਗੱਲ ਕਰਨੀ ਚਾਹੀਦੀ ਹੈ। ਜੇ ਵਿਚਾਰਗੀ ਦੀ ਜਗ੍ਹਾ ਤੇ ਜਿਹੜਾ ਹੈਗਾ ਅਮਲ ਜਿਹੜਾ ਬਿਲਕੁਲ ਇੱਕ ਕਿਉਂਕਿ ਤਾਂ ਤੁਸੀਂ ਦੇਖੋ ਜਿਹੜੀਆਂ ਸੰਸਥਾਵਾਂ ਦਾ ਇੱਕ ਬਲ ਹੁੰਦਾ ਉਹਦੇ ਵਿੱਚ ਇੱਕ ਜਿਹੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ, ਮਤਲਬ ਪ੍ਰਭਾਵ ਤੇ ਜ਼ਿੰਮੇਵਾਰੀ ਪ੍ਰਭਾਵ ਹੀ ਇੰਨੀ ਰਹਿਣਾ ਚਾਹੀਦਾ ਤੇ ਪ੍ਰਭਾਵਹੀਨ ਕਰਕੇ ਹੀ ਅੱਜ ਕੇਂਦਰ ਦੀ ਸਰਕਾਰ ਇਹੋ ਜਿਹੀਆਂ ਮਨਮਾਨੀਆਂ ਕਰ ਰਹੀ ਹੈ। ਭਾਈ ਖਾਲਸਾ ਜੀ ਇਹਦੇ ਨਾਲ ਆਪਾਂ ਇੱਕ ਹੋਰ ਵੀ ਗੱਲ ਜਿਹੜੀ ਹੈਗੀ ਆ, ਸਿਰਫ ਇਹ ਧਾਰਮਿਕ ਮਸਲਾ ਤਾਂ ਹੈਗਾ ਹੀ ਹੈਗਾ, ਇਹਦੇ ਨਾਲ ਜਿਹੜਾ ਭਾਈਚਾਰਕ ਸਾਂਝ ਜਿਹੜੀ ਬਣਦੀ ਹੈ, ਮਤਲਬ ਉਹ ਵੀ ਇੱਕ ਪਵਿੱਤਰ ਕਾਰਜ ਹੈਗਾ ਵੀ ਜਿੱਥੇ ਤੁਹਾਡੀਆਂ ਦੁਸ਼ਮਣੀਆਂ ਖਤਮ ਕਰਕੇ ਲੋਕ ਆਪਸ ਵਿੱਚ ਮਿਲਦੇ ਆ, ਦੋ ਦੇਸ਼ਾਂ ਦੇ ਲੋਕ ਜਿਹੜੇ ਵੰਡੇ ਗਏ ਪਹਿਲਾਂ ਉਹ ਫਿਰ ਨੇੜੇ ਆਉਂਦੇ ਆ ਤੇ ਉਹਦੇ ਨਾਲ ਤਾਂ ਕੋਈ ਖਤਰਾ ਨਹੀਂ, ਸੋ ਖਤਰੇ ਟਲਦੇ ਹੁੰਦੇ ਆ। ਤੇ ਇਹ ਜਿਹੜਾ ਇੱਕ ਇਸ ਤਰ੍ਹਾਂ ਦਾ ਜਿਹੜਾ ਜੋ ਵੀ ਇਸ ਵੇਲੇ ਵਾਪਰ ਰਿਹਾ ਹੈ ਸਰਹੱਦ ਦੇ ਉੱਪਰ, ਜੋ ਵੀ ਕੇਂਦਰ ਸਰਕਾਰ ਦਾ ਰਵੱਈਆ ਹੈ, ਤੁਹਾਨੂੰ ਇਉਂ ਨਹੀਂ ਲੱਗਦਾ ਕਿ ਇਹ ਸਿਰਫ ਔਰ ਸਿਰਫ ਪਾਕਿਸਤਾਨੀ ਪੰਜਾਬ ਤੇ ਭਾਰਤੀ ਪੰਜਾਬ ਦੀ ਸਾਂਝ ਦੇ ਖਿਲਾਫ ਜਿਹੜਾ ਹੈਗਾ ਇਹ ਨਿਗਾਹ ਆ, ਇਹ ਆਖਿਆ ਇਹ ਫੈਸਲਾ ਹੈਗਾ ਸਰਕਾਰ ਦਾ? ਮਤਨਦੀਪ ਜੀ ਜਿੱਥੋਂ ਤੱਕ ਤੇ ਸਵਾਲ ਹੈ ਨਾ ਸਾਂਝ ਦਾ ਜੀ, ਮੈਂ ਨਿੱਜੀ ਤੌਰ ਤੇ 2 ਵਾਰੀ ਪਾਕਿਸਤਾਨ ਹੋ ਕੇ ਆਇਆ ਜਥਾ ਲੈ ਕੇ ਜੀ, ਔਰ ਆਪਸੀ ਪਿਆਰ ਦੀ ਤਾਂ ਕਿਤੇ ਕਮੀ ਕੋਈ ਨਹੀਂ ਜੀ। ਉੱਥੇ ਜਾਓ ਇੰਨਾ ਸਤਿਕਾਰ ਕਰਦੇ ਨੇ ਜਿਹਦਾ ਹਿਸਾਬ ਕਿਤਾਬ ਕੋਈ ਨਹੀਂ ਜੀ। ਔਰ ਤੁਹਾਨੂੰ ਯਾਦ ਹੋਣਾ ਪਿੱਛੇ ਜਦੋਂ ਇੱਕ ਕ੍ਰਿਕਟ ਮੈਚ ਦੇ ਵਾਸਤੇ ਪਾਕਿਸਤਾਨ ਤੋਂ ਇੱਥੇ ਆਏ ਸਨ ਜੀ, ਉਹ ਇੰਨੇ ਪ੍ਰਭਾਵਿਤ ਹੋ ਕੇ ਗਏ ਕਿ ਇੱਥੇ ਦੇ ਸਾਰੇ ਪੰਜਾਬੀਆਂ ਨੇ ਇੰਨਾ ਉਹਨਾਂ ਨੂੰ ਨਿੱਘਾ ਪਿਆਰ ਦਿੱਤਾ ਜੀ, ਜਿਹੜਾ ਉਹ ਯਾਦ ਕਰਦੇ ਨੇ ਜੀ। ਦਿਲਾਂ ਦੇ ਵਿੱਚ ਜਿਹੜਾ ਲੋਕਾਂ ਦੇ ਕੋਈ ਫਰਕ ਨਹੀਂ, ਫਰਕ ਜਿਹੜਾ ਸਾਰਾ ਰਾਜਨੀਤਿਕ ਪਾਲਿਸੀਆਂ ਦੇ ਵਿੱਚ, ਨੀਤੀਆਂ ਦੇ ਵਿੱਚ ਹੈ। ਉਹਨਾਂ ਦੀ ਨੀਤੀਆਂ ਕੀ ਨੇ? ਜੇ ਲੋਕਾਂ ਦਾ ਮਨ ਦੀ ਗੱਲ ਕਰੋ ਤੇ ਲੋਕ ਤੇ ਕਹਿਣਗੇ ਵੀ ਅੱਜ ਖੁੱਲੇ ਬਾਰਡਰ ਕਰ ਦਿਓ, ਅਸੀਂ ਉਧਰ ਵੀ ਜਾਈਏ ਤੇ ਉਹ ਇੱਧਰ ਵੀ ਆਉਣ ਤੇ ਅਸੀਂ ਇੱਕ ਦੂਜੇ ਨੂੰ ਜੀ ਆਇਆ ਕਰੀਏ, ਅਸੀਂ ਖੁੱਲ ਕੇ ਵਪਾਰ ਵੀ ਕਰੀਏ, ਅਸੀਂ ਮਿਲੀਏ ਗਿਲੀਏ ਵੀ। ਸਾਡੀ ਸਾਂਝ ਜਿਹੜੀ ਹੈ ਉਹ ਅੱਜ ਦੀ ਨਹੀਂ। ਜਿਵੇਂ ਪੀਰ ਮੁਹੰਮਦ ਜੀ ਨੇ ਕਿਹਾ ਮੈਂ ਉਸ ਧਰਤੀ ਤੇ ਜੰਮਿਆ ਜੀ, ਤੇ ਜੇ ਧਰਤੀ ਪੁੱਤਰ ਦੀ ਗੱਲ ਹੋਵੇ ਤੇ ਫਿਰ ਜਨਮ ਤੇ ਮੇਰਾ ਉਸ ਪਾਕਿਸਤਾਨ 'ਚ ਹੋਇਆ, ਲੇਕਿਨ ਸਾਰੀ ਮੇਰੀ ਐਜੂਕੇਸ਼ਨ ਇੱਥੇ ਦੀ ਹੈ, ਮੈਂ ਪੜ੍ਹਿਆ ਇੱਥੇ ਆ, ਮੈਂ ਕਿਰਤ ਕਮਾਈ ਜਿਹੜੀ ਹੈ ਸਾਰੀ ਇੱਥੇ ਕੀਤੀ ਹੈ। ਇਹ ਇੱਕ ਸਾਂਝਾ
ਕਲਚਰ ਜਿਹੜਾ ਬਣਿਆ ਹੋਇਆ ਉਹਨੂੰ ਤੋੜਿਆ ਨਹੀਂ ਜਾ ਸਕਦਾ। ਇਹ ਜਿਹੜੀ ਕੋਸ਼ਿਸ਼ ਹੈ, ਇਹ ਕੋਸ਼ਿਸ਼ ਕਦੀ ਵੀ ਕਾਮਯਾਬ ਨਹੀਂ ਹੋ ਸਕਦੀ। ਇਹ ਸਰਕਾਰੀ ਨੀਤੀਆਂ ਦੇ ਨਾਲ ਕੁਝ ਸਮੇਂ ਦੇ ਨਾਲ ਜਿਸ ਵੇਲੇ ਬਾਰਡਰ ਤੇ ਟੈਨਸ਼ਨ ਹੋਈ, ਲੋਕਾਂ ਦੇ ਮਨਾਂ ਦੇ ਵਿੱਚ ਕੁਝ ਖਿਆਲ ਆਉਂਦਾ, ਲੇਕਿਨ ਜਿਹੜਾ ਆਪਸੀ ਪਿਆਰ ਹੈ ਉਹ ਪਹਿਲਾਂ ਵੀ ਬਣਿਆ ਹੋਇਆ ਸੀ, ਅੱਜ ਵੀ ਬਣਿਆ ਹੋਇਆ, ਔਰ ਉਹਦੇ ਬਣਨ ਦੇ ਵਿੱਚ ਹੀ ਸਮਾਜ ਦਾ ਭਲਾ, ਸਰਕਾਰਾਂ ਦਾ ਵੀ ਭਲਾ। ਮੈਨੂੰ ਇੱਕ ਗੱਲ ਦੱਸੋ, ਇੰਨੇ ਸਾਲਾਂ ਦੀ ਲੜਾਈ ਤੋਂ ਬਾਅਦ ਪਾਕਿਸਤਾਨ ਨੇ ਕੀ ਖਟਿਆ ਤੇ ਅਸੀਂ ਕੀ ਖਟਿਆ? ਸਵਾਏ ਇਸ ਦੇ ਕਿ ਦੋਨਾਂ ਦੇਸ਼ਾਂ ਦਾ ਇਤਨਾ ਨੁਕਸਾਨ ਹੋਇਆ, ਜਾਨਾਂ ਗਈਆਂ, ਕੀਮਤੀ ਜਾਨਾਂ ਗਈਆਂ, ਇਤਨਾ ਪੈਸਾ ਬਰਬਾਦ ਹੋਇਆ। ਹਰ ਜੰਗ ਦੇ ਉੱਤੇ ਜਿਹੜਾ ਪੈਸਾ ਲੱਗਦਾ ਹੈ, ਬੇਇੰਤਹਾ ਪੈਸਾ ਲੱਗਦਾ ਹੈ, ਔਰ ਹਰ ਵੇਲੇ ਇੱਕ ਦੂਜੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਜਿਹੜੀ ਨਫ਼ਰਤ ਪੈਦਾ ਹੋਈ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਰੋਗ ਹੈ। ਉਹ ਕੋਈ ਚੰਗੀ ਚੀਜ਼ ਨਹੀਂ, ਕਿਸੇ ਨੇ ਨਹੀਂ ਖਟਿਆ ਉਹਦੇ ਵਿੱਚੋਂ। ਨਫ਼ਰਤ ਤਾਂ ਸਾਡੇ ਮੁਲਕ ਦੇ ਅੰਦਰ, ਜਿਹੜਾ ਸਾਡਾ ਇੱਕ ਮੁਲਕ ਆ, ਇੱਕ ਮੁਲਕ ਦੇ ਅੰਦਰ ਹੀ ਬਹੁਤ ਸਾਰੇ ਧਰਮਾਂ ਦੀ ਆਪਸ ਵਿੱਚ ਕਰਤੀ ਗਈ ਹੈ। ਨਫ਼ਰਤ ਦਾ ਹਿਸਾਬ ਹੀ ਹੋਰ ਕਰਤਾ ਗਿਆ। ਇਹ ਜਿਹੜੇ ਤੁਸੀਂ ਸਵਾਲ ਉਠਾ ਰਹੇ ਹੋ ਕਿ ਰਾਜਨੀਤਿਕ ਮੁੱਦਾ ਹੈ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੀ ਵੀ ਗੱਲ ਕਹਿ ਰਹੇ ਹੋ, ਤੁਸੀਂ ਵੀ ਗੱਲ ਕਹਿ ਰਹੇ ਹੋ, ਜੇ ਰਾਜਨੀਤਿਕ ਮੁੱਦਾ ਹੈਗਾ ਤਾਂ ਜਿਹੜੀ ਰਾਜਨੀਤੀ ਸਾਨੂੰ ਰੋਕ ਰਹੀ ਹੈ, ਜਿਹੜੀ ਰਾਜਨੀਤੀ ਸਾਡਾ ਇਸ ਤਰ੍ਹਾਂ ਦੇ ਜਿਹੜੇ ਆਦਾਨ ਪ੍ਰਦਾਨ ਆ ਉਹ ਨਹੀਂ ਹੋਣ ਦੇ ਰਹੀ, ਤਾਂ ਉਹਨੂੰ ਕਿਵੇਂ ਮਜਬੂਰ ਕੀਤਾ ਜਾ ਸਕਦਾ? ਕਿਵੇਂ ਕਰਨੈਲ ਸਿੰਘ ਪੀਰ ਮੁਹੰਮਦ ਜੀ ਕੀ ਕੀਤਾ ਜੀ? ਇਹਦੇ ਵਿੱਚ ਪਹਿਲਾ ਜਿਹੜਾ ਫਰਜ਼ ਸੀ ਨਾ, ਜਿਹੜੇ ਹੁਣੇ ਪੀਰ ਮੁਹੰਮਦ ਜੀ ਨੇ ਗੱਲ ਕਹੀ ਹੈ ਨਾ, ਪਹਿਲਾ ਫਰਜ਼ ਸੀ ਸਾਡੇ ਸੰਸਦਾਂ ਦਾ, ਸਾਡੇ ਰਾਜਨੀਤਿਕ ਲੋਕਾਂ ਦਾ, ਕਿ ਇਹ ਪਾਰਲੀਮੈਂਟ ਦੇ ਵਿੱਚ ਉਸ ਸਵਾਲ ਨੂੰ ਉਠਾਉਂਦੇ। ਉਹ ਰਾਜਨੀਤੀ ਤੇ ਇੱਕੋ ਜਿਹੀ ਹੈ, ਉਹ ਭਾਵੇਂ ਬਾਦਲ ਸਾਹਿਬ ਦੀ ਹੋਵੇ ਤੇ ਭਾਵੇਂ ਮੋਦੀ ਸਾਹਿਬ ਦੀ ਹੋਵੇ, ਉਹ ਤਾਂ ਇੱਕੋ ਜਿਹੀ ਰਾਜਨੀਤੀ ਹੈ ਜੀ। ਨਹੀਂ, ਦੇਖੋ ਇਹਦੇ ਚ ਮੇਨ ਗੱਲ ਜਿਹੜੀ ਇੱਕ ਹੋ ਰਹੀ ਆ, ਸਭ ਤੋਂ ਜਿਹੜੀ ਵੱਡੀ ਗੱਲ ਇਹ ਆ ਕਿ ਜੋ ਮੈਨੂੰ ਇਹ ਲੱਗ ਰਿਹਾ ਹੈ ਕਿ 1 ਸਾਲ ਭਾਵੇਂ ਬੀਤ ਗਿਆ ਕਰੋਨਾ ਦੀ ਮਹਾਮਾਰੀ ਨੂੰ, ਇਹ ਸਰਕਾਰ ਵੀ ਇਸ ਗੱਲ ਦੀ ਵੇਟ ਦੇ ਵਿੱਚ ਕਿ ਦੁਬਾਰਾ ਫਿਰ ਲੋਕਡਾਊਨ ਲਾਉਣਾ ਚਾਹੁੰਦੇ ਆ। ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਸਟੇਟਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ, ਔਰ ਤੁਸੀਂ ਦੇਖੋ ਮੀਡੀਆ ਦੇ ਵਿੱਚ ਇੱਕ ਸਵਾਲ ਰੇਜ਼ ਕੀਤਾ ਜਾ ਰਿਹਾ। ਮੈਨੂੰ ਸਵੇਰੇ ਇੱਕ ਲੀਡਿੰਗ ਇੰਗਲਿਸ਼ ਪੇਪਰ ਦੇ ਜਿਹੜਾ ਰਿਪੋਰਟਰ ਸੀਨੀਅਰ ਜਰਨਲਿਸਟ ਉਹਦਾ ਆਇਆ ਮੈਸੇਜ ਕਿ ਤੁਸੀਂ ਇਹਦੇ ਤੇ ਆਪਣੇ ਵਿਚਾਰ ਦਿਓ ਕਿ ਕੀ ਲੋਕਡਾਊਨ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ। ਸੋ ਇਹ ਆਪਾਂ ਨੂੰ ਸਹਿਜ ਹੀ ਨਹੀਂ ਪੈ ਦੀਏ ਕਿ ਇਹ ਦੇਖੋ ਇੱਕ ਮਾਹੌਲ ਇਸ ਤਰ੍ਹਾਂ ਦਾ ਬਣਾ ਕੇ ਇੱਕ ਫਨੈਮਨਾ ਇਹੋ ਜਿਹਾ ਖੜਾ ਕੀਤਾ ਜਾ ਰਿਹਾ ਕਿ ਤੁਸੀਂ ਇਹ ਦੇਖੋ ਕਿ ਕਰੋਨੇ ਦੀ ਪਰਿਭਾਸ਼ਾ ਕੀ ਹੈ। ਜੇ ਤਾਂ ਇਹ ਰੈਲੀ ਕਰ ਰਹੇ ਨੇ, ਉੱਥੇ ਕਰੋਨੇ ਦਾ ਕੋਈ ਡਰ ਨਹੀਂ। ਜਾਂ ਪ੍ਰਕਾਸ਼ ਸਿੰਘ ਬਾਦਲ ਦਾ ਲੜਕਾ ਸੁਖਬੀਰ ਬਾਦਲ, ਹਾਂ, ਜੇ ਉਹ ਥਾਂ ਦੇ ਉੱਤੇ ਰੈਲੀਆਂ ਕਰ ਰਿਹਾ, ਕੈਪਟਨ ਅਮਰਿੰਦਰ ਸਿੰਘ ਥਾਂ ਦੇ ਉੱਤੇ ਕਰ ਰਿਹਾ, ਅਮਿਤ ਸ਼ਾਹ, ਨਰਿੰਦਰ ਮੋਦੀ, ਮਮਤਾ ਬੈਨਰਜੀ ਜਾਂ ਜਿੰਨੇ ਵੀ ਆ ਰੋਜ਼ ਕਿਸਾਨ ਸੰਘਰਸ਼ ਦੇ ਉੱਤੇ ਵੀ ਇਕੱਠ ਹੋ ਰਹੇ ਨੇ। ਸੋ ਇਹ ਦੇਖੋ ਕਿਸੇ ਨੂੰ ਦੇਖੋ 3 ਮਹੀਨੇ ਹੋ ਗਏ ਨੇ, 3 ਮਹੀਨਿਆਂ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਆਈ ਕਿ ਲਵੀ ਕਿ ਕਿਸੇ ਕਿਸਾਨ ਦੀ ਕਰੋਨਾ ਕਰਕੇ ਮੌਤ ਹੋਈ ਹੋਵੇ, ਹੋਰ ਵੱਖਰੀ ਹਾਰਟ ਅਟੈਕ ਹੋ ਜਾਣਾ, ਕਿਸੇ ਕੋਈ ਪ੍ਰੋਬਲਮ ਹੋ ਗਈ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ, ਇਹ ਇੱਕ ਬਹਾਨਾ ਹੈ, ਔਰ ਉਸ ਬਹਾਨੇ ਦੇ ਵਿੱਚ ਜੇ ਅਸੀਂ ਹੁਣ ਗੱਲ ਦੁਬਾਰਾ ਕਰਾਂਗੇ ਵੀ ਅੱਜ ਦੀ ਡੇਟ ਦੇ ਵਿੱਚ, ਤਾਂ ਇਹ ਕਹਿਣਗੇ ਕਿ ਹੁਣ ਵੇਖੋ ਜੀ ਕਿਸ ਤਰ੍ਹਾਂ ਦਾ ਕਰੋਨਾ ਦਾ ਮਾਹੌਲ ਬਣਿਆ। ਸੋ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਇੱਕ ਆਪਸੀ ਭਾਈਚਾਰੇ ਦੀ ਇੱਕ ਜਿਹੜੀ ਲਕੀਰ ਜਿਹੜੀ ਹੈ ਮਜ਼ਬੂਤ ਕਰਨ ਦੀ ਜਗ੍ਹਾ ਉਹਦੇ ਵਿੱਚ ਇੱਕ ਦਰਾੜ ਪੈਦਾ, ਉਹਨੂੰ ਇੱਕ ਨਾ ਵੱਡੀ ਕਰਕੇ ਖੜੀ ਕਰਕੇ ਰੱਖਣਾ ਹੀ ਚਾਹੁੰਦੇ ਆ, ਕਿਉਂਕਿ ਬੇਵੱਸੀ ਦੇ ਆਲਮ ਦੇ ਵਿੱਚ ਹੀ ਇਹਨਾਂ ਨੇ ਸਭ ਕੁਝ ਕੰਮ ਕੀਤਾ। ਤੁਸੀਂ ਇਹ ਦੇਖੋ ਕਿ ਉੱਥੋਂ ਦੀ ਸਰਕਾਰ ਨੇ ਕਹਿਤਾ, ਉੱਥੋਂ ਦੇ ਆਰਮੀ ਚੀਫ ਨੇ ਕਹਿਤਾ, ਉਹ ਕੀ ਲਵੀ ਇਮਰਾਨ ਖਾਨ ਜਿਹੜੇ ਉੱਥੋਂ ਦੇ ਪ੍ਰਾਈਮ ਮਿਨਿਸਟਰ, ਉਹਨਾਂ ਕਹਿਤਾ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਿਸ ਤਰੀਕੇ ਦੇ ਨਾਲ ਮਰਜ਼ੀ ਕੋਈ ਪੇਸ਼ਬੰਦੀਆਂ ਨਾ ਰੱਖੋ, ਕਿਉਂਕਿ ਜਿਹੜਾ ਕਰਤਾਰਪੁਰ ਸਾਹਿਬ ਹੈ, ਕਰਤਾਰਪੁਰ ਸਾਹਿਬ ਦੇ ਕੋਰੀਡੋਰ ਜਿਹੜਾ ਬਣਿਆ ਉਹਦੇ ਆਲੇ ਦੁਆਲੇ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਉੱਥੇ ਕੁਝ ਇਹੋ ਜਿਹਾ ਹੋ ਹੀ ਨਹੀਂ ਸਕਦਾ ਕਿ ਉਹ ਕੋਈ ਕੰਜਸਟਡ ਕੋਈ ਇਹੋ ਜਿਹੀ ਜਗ੍ਹਾ ਨਹੀਂ ਕਿ ਕੋਈ ਕਿ ਭੀੜੀ ਗਲੀ ਦੇ ਵਿੱਚ ਹੋਵੇ ਜਾਂ ਇਹੋ ਜਿਹੀ ਜਗ੍ਹਾ ਤੇ ਹੋਵੇ ਕਿ ਲੈ ਵੀ ਜੀ ਉੱਥੇ ਤੁਸੀਂ 100-500 ਕੀ ਉੱਥੇ ਤੁਸੀਂ 5000 ਦਾ ਜਥਾ ਵੀ ਰੋਜ਼ ਭੇਜੋ ਨਾ, ਤਾਂ ਵੀ ਕੋਈ ਪ੍ਰੋਬਲਮ ਨਹੀਂ। ਥੋੜਾ ਰਹਿ ਗਿਆ, ਮੈਂ ਭਾਈ ਰਜਿੰਦਰ ਸਿੰਘ ਜੀ ਤੋਂ ਇੱਕ ਗੱਲ ਮੈਂ ਜਾਣਨੀ ਚਾਹੁੰਦਾ, ਜਿਹੜਾ ਵਾਰ-ਵਾਰ ਇੱਕ ਸਵਾਲ ਆ ਰਿਹਾ ਕਿ ਜਿਹੜਾ ਸਾਨੂੰ ਲੱਗਦਾ ਹੈ ਕਿ ਅਸੀਂ ਬੇਵੱਸੀ ਦੇ ਆਲਮ ਵਿੱਚ ਹੈਗੇ, ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਠੀਕ ਹੈ, ਬੇਵੱਸੀ ਨੂੰ ਤੋੜਿਆ ਹੈ, ਅੰਦੋਲਨ ਨੇ ਤੋੜਿਆ, ਕਿਸਾਨੀ ਅੰਦੋਲਨ ਨੇ। ਇਹ ਜਦੋਂ ਅੰਦੋਲਨ ਜਿੱਤ ਜਾਏਗਾ ਉਸ ਤੋਂ ਬਾਅਦ ਜਿਹੜੇ ਇਸ ਤਰ੍ਹਾਂ ਦੇ ਮਸਲੇ ਆ, ਕੀ ਇਹਦੇ ਲਈ ਅੰਦੋਲਨ ਲੜਨੇ ਜ਼ਰੂਰੀ ਨਹੀਂ ਹੋ ਜਾਣਗੇ ਕਿ ਤੁਸੀਂ ਸਰਹੱਦਾਂ 'ਤੇ ਇੰਨੀ ਸਖਤੀ ਕਿਉਂ ਕੀਤੀ ਹੋਈ ਹੈ, ਕੀ ਖਤਰਾ ਆ, ਤੁਹਾਡੇ ਕੋਲ ਇੰਨਾ ਪ੍ਰਬੰਧ ਹੈ, ਇੰਨੀਆਂ ਏਜੰਸੀਆਂ, ਇੰਨਾ ਗੋਲਾ ਬਰੂਦ ਆ, ਤੁਹਾਡਾ ਕੋਈ ਕੀ ਵਿਗਾੜ ਸਕਦਾ ਆ? ਦੇਖੋ, ਜਿੰਨਾ ਚਿਰ ਇਹਨਾਂ ਨੇ ਮਾਹੌਲ ਬਣਾਇਆ ਹੋਇਆ ਕਿ ਆਹ ਮੁਲਕ ਸਾਡਾ ਦੁਸ਼ਮਣ ਹੈ, ਆਹ ਮੁਲਕ ਸਾਡਾ ਦੁਸ਼ਮਣ ਹੈ, ਆਹ ਸਾਨੂੰ ਖਤਮ ਕਰਨਾ ਚਾਹੁੰਦਾ, ਸਾਨੂੰ ਮਾਰਨਾ ਚਾਹੁੰਦਾ, ਸਾਡਾ ਏਰੀਆ ਖੋਹਣਾ ਚਾਹੁੰਦਾ ਜੀ,
ਉਹਨਾਂ ਚਿਰ ਉਹਨਾਂ ਗੱਲਾਂ ਦੇ ਉੱਤੇ ਐਜੀਟੇਸ਼ਨਸ ਤੇ ਨਹੀਂ ਹੋ ਸਕਦੀਆਂ, ਅੱਛਾ, ਕਿਉਂਕਿ ਇਹ ਇੱਕ ਸਾਹਮਣੇ ਦੀਵਾਰ ਲਿਆ ਕੇ ਖੜੀ ਕਰ ਦਿੰਦੇ ਨੇ ਕਿ ਦੇਖੋ ਜੀ ਇਹ ਉਹਨਾਂ ਨਾਲ ਮਿਲੇ ਹੋਏ ਨੇ, ਉਹਨਾਂ ਦੇ ਹਿਤੀ ਨੇ, ਸਿੱਖਾਂ ਨੂੰ ਬਦਨਾਮ ਸ਼ੁਰੂ ਹਾਂ ਬਦਨਾਮੀ ਸ਼ੁਰੂ ਕਰ ਦਿੰਦੇ ਨੇ। ਲੇਕਿਨ ਮੈਂ ਇੱਕ ਹੋਰ ਗੱਲ ਪੁੱਛਣਾ ਚਾਹੁੰਦਾ ਕਿ ਕੀ ਕਰੋਨਾ ਕਿੰਨੇ ਸਮੇਂ 'ਚ ਖਤਮ ਹੋ ਜਾਏਗਾ, ਇਹਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ? ਹੁਣ ਖਤਮ ਹੋਣ ਦੇ ਲੱਗਦਾ ਪਿਆ ਸੀ ਖਤਮ ਹੋ ਰਿਹਾ, ਹਾਂਜੀ, ਦੁਬਾਰਾ ਰਿਵਾਈਵ ਹੋਣਾ ਸ਼ੁਰੂ ਹੋ ਗਿਆ, ਇੱਕ ਲਹਿਰ ਫਿਰ ਆ ਗਈ, ਇੱਕ ਲਹਿਰ ਫਿਰ ਆ ਗਈ। ਇਹਦਾ ਮਤਲਬ ਹੈ ਕਿ ਸਾਨੂੰ ਕਰੋਨਾ ਦੇ ਨਾਲ ਜੀਣਾ ਸਿੱਖਣਾ ਪੈਣਾ। ਵੀ ਹੈਵ ਟੂ ਲਰਨ ਟੂ ਲਿਵ ਵਿਦ ਦਿਸ। ਸਾਨੂੰ ਕਰੋਨਾ ਨਾਲ ਜੀਣਾ ਸਿੱਖਣਾ ਪੈਣਾ। ਉਹ ਜਿਹੜਾ ਜੀਣਾ ਸਿੱਖਣਾ ਹੈ, ਕੀ ਉਹਦੇ ਵਿੱਚ ਇਹ ਪਾਬੰਦੀਆਂ ਚੱਲ ਸਕਣਗੀਆਂ ਕਿ ਇੱਥੇ ਇੰਨੇ ਬੰਦੇ ਇਕੱਠੇ ਨਾ ਹੋਣ, ਆ ਇਹਨਾਂ ਨਾ ਹੋਵੇ? ਉਹਦੇ ਵਿੱਚ ਕੁਝ ਜਿਹੜੇ ਨੇ ਬਿਲਕੁਲ ਉਹਦੀ ਰੋਕ ਫੈਲਾਅ ਘੱਟ ਤੋਂ ਘੱਟ ਹੋਵੇ, ਉਹਦੇ ਵਾਸਤੇ ਕੁਝ ਨੇਮ ਬਣਾਉਣੇ ਪੈਣਗੇ। ਲੇਕਿਨ ਇਹ ਪਾਬੰਦੀਆਂ ਕਿ ਉੱਥੇ ਜਥਾ ਨਹੀਂ ਜਾ ਸਕਦਾ। ਸਾਡੇ ਕਹਿਣ ਦਾ, ਮੇਰੇ ਵਿਦਵਾਨ ਦੋਸਤਾਂ ਦੇ ਕਹਿਣ ਦਾ ਭਾਵ ਇਹ ਹੈਗਾ ਕਿ ਬਿਮਾਰੀ ਹੈਗੀ ਹੈ, ਪਰ ਜਦੋਂ ਅਸੀਂ ਜੀਣਾ ਹੀ ਇਸ ਬਿਮਾਰੀ ਦੇ ਨਾਲ ਆ, ਅਸੀਂ ਆਪਣਾ ਬਚਾਅ ਕਰਕੇ ਅਸੀਂ ਰੋਜ਼ ਵਿਚਰ ਸਕਦੇ ਹਾਂ ਰੋਜ਼ਮਰਰਾ ਜੀਵਨ 'ਚ। ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਅੰਦਰ ਤੜ ਕੇ ਰਹੋਗੇ ਹਰ ਮਤਲਬ ਲਗਾਤਾਰ ਹੀ ਤੜੇ ਰਹੋਗੇ ਤੁਸੀਂ ਕਈ ਸਾਲ ਤੱਕ, ਪੂਰੇ ਜੀਵਨ ਤੱਕ, ਫਿਰ ਤਾਂ ਵੈਸੇ ਹੀ ਭੁੱਖੇ ਮਰ ਜਾਓਗੇ। ਸੋ ਇਹਨੂੰ ਰਾਜਨੀਤਿਕ ਰੰਗਤ ਜਿਹੜੀ ਹੈਗੀ ਹੈ ਉਹ ਨਹੀਂ ਦੇਣੀ ਚਾਹੀਦੀ। ਲੋਕਾਂ ਨੂੰ ਡਰਾਉਣ ਦੀ ਬਜਾਏ ਲੋਕਾਂ ਨੂੰ ਇਹਦੇ ਨਾਲ ਜਿਉਣ ਦੀ ਜਿਹੜਾ ਉਹ ਸ਼ੈਲੀ ਸਿਖਾਉਣ ਦੀ ਲੋੜ ਹੈਗੀ ਹੈ। ਔਰ ਇਹ ਸ਼ੈਲੀ ਜਿਹੜੀ ਹੈਗੀ ਹੈ ਉਹ ਸਰਕਾਰੀ ਪ੍ਰਬੰਧ ਹੀ ਸਿਖਾਉਂਦੇ ਆ। ਡਰਾਉਣਾ ਗਲਤ ਹੈ, ਸਿਖਾਉਣਾ ਸਹੀ ਹੈ। ਸਾਡੇ ਲਈ ਵੀ ਸਿੱਖਣ ਦੀ ਲੋੜ ਹੈਗੀ ਹੈ। ਸਾਡਾ ਮਕਸਦ ਇਹ ਨਹੀਂ ਸੀ ਕਿ ਅਸੀਂ ਇਹਦੇ 'ਤੇ ਗੱਲ ਕਰਨੀ ਹੈ, ਪਰ ਕਿਉਂਕਿ ਕਰੋਨਾ ਦਾ ਬਹਾਨਾ ਬਣਾ ਕੇ ਸਰਹੱਦ ਜਿਹੜੀ ਹੈਗੀ ਹੈ ਉਹਦੇ 'ਤੇ ਆਉਣ ਜਾਣ 'ਤੇ ਰੋਕ ਲਾਈ ਗਈ ਹੈ। ਸਿੱਖ ਸੰਗਤ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ। ਇਹਨਾਂ ਦਿਨਾਂ 'ਚ ਜਾਂਦੀ ਹੈ ਸੰਗਤ। ਔਰ ਕਰਤਾਰਪੁਰ ਸਾਹਿਬ ਲਾਂਘੇ ਦਾ ਜਦੋਂ ਮਸਲਾ ਉੱਠਿਆ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਦੋਂ ਇਹ ਮਾਮਲਾ ਉਠਾਇਆ ਤਾਂ ਉਦੋਂ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਕਿ ਕਰੋਨਾ ਦੇ ਕਰਕੇ ਅਸੀਂ ਲਾਂਘਾ ਨਹੀਂ ਖੋਲ੍ਹ ਰਹੇ, ਜਦ ਕਿ ਪਾਕਿਸਤਾਨ ਨੂੰ ਕੋਈ ਪ੍ਰੋਬਲਮ ਨਹੀਂ, ਉਹ ਕਹਿੰਦੇ ਖੋਲ੍ਹੋ, ਅਸੀਂ ਤਿਆਰ ਹਾਂ। ਸੋ ਇਹ ਅਸੀਂ ਜਿਹੜੇ ਵਿਚਾਰ ਰੱਖੇ ਆ, ਅਸੀਂ ਕੋਸ਼ਿਸ਼ ਕੀਤੀ ਕਿ ਤੁਸੀਂ ਸਮਝਣ ਦਾ ਯਤਨ ਕਰੋ ਕਿ ਇਹ ਰਾਜਨੀਤੀ ਜੀ ਤੁਹਾਡੇ ਇਸ ਪਲੇਟਫਾਰਮ ਰਾਹੀਂ ਇਹ ਜ਼ਰੂਰ ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਜੀ ਕਿ ਸਿੱਖ ਇਹਨੂੰ ਆਪਣੇ ਨਾਲ ਅਨਿਆਂ ਸਮਝ ਰਹੇ ਨੇ, ਵਧੀਕੀ ਸਮਝ ਰਹੇ ਨੇ ਜੀ। ਨਾ ਜਥੇ ਰੋਕੇ ਜਾਣ ਗੁਰਧਾਮਾਂ ਦੇ ਦਰਸ਼ਨਾਂ ਵਾਲੇ, ਤੇ ਨਾ ਹੀ ਕਰਤਾਰਪੁਰ ਦਾ ਜਿਹੜਾ ਲੰਘਾ ਹੈ ਉਹਨੂੰ ਹੋਰ ਰੋਕਿਆ ਜਾਏ। ਇਹ ਸਾਡੀ ਸਾਰਿਆਂ ਦੀ ਸਾਂਝੀ ਮੰਗ ਹੈ। ਬਿਲਕੁਲ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਬਣੇ ਰਹੇ। ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਆਪਣੇ ਧੰਨਵਾਦ ਵਿਚਾਰ ਪੇਸ਼ ਕੀਤੇ ਔਰ ਲੋਕਾਂ ਨੂੰ ਦੱਸਿਆ ਕਿ ਅਸਲ ਮਾਮਲਾ ਕੀ ਹੈ। ਬਹੁਤ ਬਹੁਤ ਸ਼ੁਕਰੀਆ।